Hello to all my dear students. Good evening to all of you. How are you all? ਕਿਵੇਂ ਚੱਲ ਰਹੀ ਹੈ ਤੁਹਾਡੀ ਤਿਆਰੀ? ਉਮੀਦ ਕਰਦਾ ਕਿ ਤੁਸੀਂ ਹੁਣ ਫੁੱਲੀ ਪ੍ਰੀਪੇਅਰਡ ਹੋ ਆਪਣੇ ਸਾਇੰਸ ਦੇ ਐਗਜ਼ਾਮ ਵਿੱਚ ਬੈਠਣ ਲਈ। ਪਿਆਰੇ ਬੱਚਿਓ, ਉਮੀਦ ਕਰਦਾ ਕਿ ਜੋ ਮੈਂ ਦੋ ਵੀਡੀਓਜ਼ ਤੁਹਾਨੂੰ ਭੇਜੀਆਂ ਹਨ, ਇੱਕ ਤਾਂ ਸੀਗੀ ਫਿਲ ਇਨ ਦਾ ਬਲੈਂਕਸ ਨਾਲ ਸੰਬੰਧਿਤ ਔਰ ਦੂਸਰੀ ਸੀਗੀ MCQ ਬੇਸਡ। ਸੋ ਫਿਲ ਇਨ ਦਾ ਬਲੈਂਕਸ ਦੇ 10 ਮਾਰਕਸ ਔਰ MCQs ਦੇ 15 ਮਾਰਕਸ। ਸੋ 25 ਮਾਰਕਸ ਸ਼ੋਰਟ ਤੁਹਾਡੀ ਪੋਕਟ ਵਿੱਚ ਨੇ। ਮੈਂ 10 ਮਾਰਕਸ ਦੀ ਵੀਡੀਓ ਹੁਣ ਹੋਰ ਲੈ ਕੇ ਆਇਆ ਹਾਂ, ਇਸ ਕਰਕੇ ਇਸ ਵੀਡੀਓ ਨੂੰ ਵੀ ਟਿਲ ਦਾ ਐਂਡ ਜ਼ਰੂਰ ਦੇਖਣਾ ਔਰ ਤੁਸੀਂ ਦੇਖੋਗੇ ਕਿ 35 ਨੰਬਰ ਤੁਹਾਡੀ ਪੋਕਟ ਵਿੱਚ ਹੋਣੇ ਆ ਔਰ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ 35 ਨੰਬਰ ਕਿੱਦਾਂ ਆ ਗਏ। ਕਿਉਂ? ਕਿਉਂਕਿ ਤੁਸੀਂ ਤਿਆਰੀ ਕੀਤੀ ਹੋਏਗੀ। ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ, ਜੋ ਕਿ ਹੁਣ ਇਸ ਵੇਲੇ ਮੈਂ ਸ਼ਾਰਟ ਟਰੂ ਐਂਡ ਫਾਲਸ ਤੁਹਾਡੇ ਲਈ ਅਪਲੋਡ ਕਰਨੀ ਹੈਗੀ ਆ। ਤਾਂ ਸ਼ੁਰੂ ਕਰਦੇ ਹਾਂ। ਵੀਡੀਓ ਇਸ ਤਰ੍ਹਾਂ ਹੈ। ਜੋ ਪਹਿਲਾ ਪ੍ਰਸ਼ਨ ਹੈ ਸਾਡੇ ਕੋਲ ਉਹ ਇਹ ਹੈ ਕਿ ਅਮੀਬਾ ਹੈਜ਼ ਅ ਰੈਗੂਲਰ ਸ਼ੇਪ। ਅਮੀਬਾ ਹੈਜ਼ ਅ ਰੈਗੂਲਰ ਸ਼ੇਪ ਮਤਲਬ ਅਮੀਬਾ ਦੀ ਜੋ ਆਕ੍ਰਿਤੀ ਹੈ ਇਹ ਨਿਯਮਿਤ ਹੁੰਦੀ ਹੈ? ਬਿਲਕੁਲ ਨਿਯਮਿਤ ਨਹੀਂ ਹੁੰਦੀ। ਠੀਕ ਹੈ, ਇਹਦੀ ਆਕ੍ਰਿਤੀ ਕਿੱਦਾਂ ਦੀ ਹੁੰਦੀ ਹੈ? ਇਸ ਤਰੀਕੇ ਦੀ ਹੁੰਦੀ ਹੈਗੀ ਆ। ਠੀਕ ਹੈ ਜੀ, ਸਿਡੋਪੋਡੀਆ, ਆਭਾਸੀ ਪੈਰਾਂ ਨੂੰ ਸਿਡੋਪੋਡੀਆ ਕਹਿੰਦੇ ਨਾ ਅਸੀਂ। ਸੋ ਇਸ ਤਰੀਕੇ ਦੀ ਹੁੰਦੀ ਹੈ। ਇਟਸ ਨਾਟ ਰੈਗੂਲਰ ਸ਼ੇਪ। ਸੋ ਆਨਸਰ ਹੋਏਗਾ ਫਾਲਸ। ਇਹਦਾ ਆਨਸਰ ਹੋਏਗਾ ਫਾਲਸ। ਮੈਂ ਕਾਟੀ ਮਾਰ ਦੇਣਾ ਹੈ ਨਾ, ਉਹ ਬੈਟਰ ਰਹੇਗਾ। ਸੋ ਫਾਲਸ। ਨੈਕਸਟ ਕੁਐਸਚਨ ਹੈ ਦ ਬੇਸਿਕ ਲਿਵਿੰਗ ਯੂਨਿਟ ਆਫ ਐਨ ਆਰਗਨ ਇਜ਼ ਸੈਲ। ਬਿਲਕੁਲ ਸਹੀ। ਦ ਬੇਸਿਕ ਲਿਵਿੰਗ ਯੂਨਿਟ ਆਫ ਐਨ ਆਰਗਨ ਇਜ਼ ਸੈਲ ਮਤਲਬ ਕਿਸੇ ਜੀਵਨ ਦੀ ਮੁੱਢਲੀ ਸੰਰਚਨਾ ਸੈਲ ਹੈ। ਸੋ ਦਿਸ ਇਜ਼ ਟਰੂ। ਪਹਿਲੇ ਵੀ ਆਪਾਂ ਇੱਥੇ ਫਾਲਸ ਇੱਥੇ ਲਿਖ ਦਿੰਦੇ ਤਾਂ ਕਿ ਤੁਹਾਨੂੰ ਭੁਲੇਖਾ ਨਾ ਲੱਗੇ। Between the age of 13 years to 23 years, the children are adolescents. 13 ਸਾਲ ਦੀ ਉਮਰ ਤੋਂ 23 ਸਾਲ ਤੱਕ ਦੀ ਉਮਰ ਵਾਲੇ ਕਿਸ਼ੋਰ ਅਵਸਥਾ ਕਾ ਹੁੰਦੀ ਹੈ? ਨਹੀਂ ਜੀ, ਕਿਸ਼ੋਰ ਅਵਸਥਾ ਥੋੜੀ ਕਾ ਹੁੰਦੀ ਆ। ਸੋ ਕਿਸ਼ੋਰ ਅਵਸਥਾ ਤੱਕ ਹੁੰਦੀ ਹੈਗੀ ਹੈ ਜੋ ਟੀਨੇਜਰਸ ਨੇ, ਰਾਈਟ। ਸੋ ਆਪਾਂ 11 to 18 years ਬੁੱਕਸ ਦੇ ਨਾਲ ਵਿੱਚ ਲਿਖਿਆ ਹੈ, ਉਹੀ ਆਪਾਂ ਯਾਦ ਕੀਤਾ ਹੈ। ਸੋ ਬੇਟਾ ਜੀ ਇਸ ਨੂੰ ਆਪਾਂ ਫਾਲਸ ਲੈ ਕੇ ਚੱਲਾਂਗੇ। ਨੈਕਸਟ ਹੈ ਫੋਰਥ, ਵੀ ਹੈਵ ਟੂ ਪੁਸ਼ ਦਾ ਡੋਰ ਇਨ ਆਰਡਰ ਟੂ ਓਪਨ ਇਟ। ਬਿਲਕੁਲ ਸਹੀ ਹੈ ਕਿ ਜਦੋਂ ਦਰਵਾਜ਼ੇ ਨੂੰ ਅਸੀਂ ਧੱਕਾ ਮਾਰ ਕੇ ਖੋਲਦੇ ਹਾਂ ਨਾ। ਸੋ ਦਿਸ ਇਜ਼ ਟਰੂ। ਫਿਫਥ ਇਜ਼ ਮਸਲਸ ਆਰ ਬ੍ਰਾਂਚਡ ਮਤਲਬ ਮਾਸਪੇਸ਼ੀਆਂ ਦੀਆਂ ਸ਼ਾਖਾਵਾਂ ਹੁੰਦੀਆਂ ਹਨ। ਐਗਜ਼ੈਕਟਲੀ, ਮਾਸਪੇਸ਼ੀਆਂ ਦੀਆਂ ਸ਼ਾਖਾਵਾਂ ਹੁੰਦੀਆਂ ਹਨ। ਸੋ ਟਰੂ ਹੈ ਇਹ। ਫਿਜ਼ੀਕਲ ਇਫੈਕਟਸ ਆਫ ਇਲੈਕਟ੍ਰੀਸਿਟੀ ਇਜ਼ ਯੂਜ਼ਡ ਇਨ ਇਲੈਕਟ੍ਰੋਪਲੇਟਿੰਗ। ਕੈਮੀਕਲ ਇਫੈਕਟਸ ਯੂਜ਼ ਹੁੰਦੇ ਹਨ। ਕੈਮੀਕਲ ਇਫੈਕਟਸ ਆਫ ਇਲੈਕਟ੍ਰੀਸਿਟੀ ਅਸੀਂ ਪੜ੍ਹਿਆ ਹੈ। ਠੀਕ ਹੈ ਨਾ ਜੀ। ਸੋ ਜੋ ਬਿਜਲੀ ਲੇਪਣ ਵਿੱਚ ਬਿਜਲੀ ਧਾਰਾ ਭੌਤਿਕ ਪ੍ਰਭਾਵ ਵਰਤਿਆ ਜਾਂਦਾ, ਗਲਤ ਹੈ ਇਹ, ਫਾਲਸ ਆ। ਕੈਮੀਕਲ ਇਫੈਕਟ ਆ। ਠੀਕ ਹੈ, ਕੈਮੀਕਲ ਇਫੈਕਟ ਮਤਲਬ ਰਸਾਇਣਿਕ ਪ੍ਰਭਾਵ। ਸੈਵਨਥ ਸਾਡੇ ਕੋਲ ਐਸਿਡਸ ਐਂਡ ਬੇਸਿਸ ਆਰ ਦਾ ਗੁੱਡ ਕੰਡਕਟਰਸ ਆਫ ਇਲੈਕਟ੍ਰੀਸਿਟੀ। ਤੇਜ਼ਾਬ ਅਤੇ ਖਾਰ ਬਿਜਲੀ ਦੇ ਚਾਲਕ ਹਨ। ਬਿਲਕੁਲ ਸਹੀ ਹੈ। ਠੀਕ ਹੈ ਜੀ। ਕਿਸੇ ਵੀ ਕਸ਼ਿਦਤ ਪਾਣੀ ਨੂੰ ਜੇ ਅਸੀਂ ਚਾਲਕ ਬਣਾਉਣਾ ਆ ਤਾਂ ਉਹਦੇ 'ਚ ਕੀ ਪਾਉਣਾ ਪੈਂਦਾ ਸਾਨੂੰ? ਜਾਂ ਐਸਿਡ ਪਾ ਲਈਏ, ਜਾਂ ਬੇਸਿਸ ਪਾ ਲਈਏ, ਜਾਂ ਪਾ ਲਈਏ ਅਸੀਂ ਸਾਲਟ, ਲੂਣ ਪਾ ਲਈਏ। ਸੋ ਇਹ ਟਰੂ ਹੈ ਜੀ। ਅੱਠਵਾਂ ਹੈ ਫਰਟੀਲਾਈਜੇਸ਼ਨ ਇਜ਼ ਨੈਸੈਸਰੀ ਈਵਨ ਇਨ ਸੈਕਸ਼ੂਅਲ ਰਿਪਰੋਡਕਸ਼ਨ। ਅਲਿੰਗੀ ਜਨਨ ਕਿਰਿਆ ਵਿੱਚ ਵੀ ਨਿਸ਼ੇਚਨ ਜ਼ਰੂਰੀ ਹੈ। ਫਾਲਸ ਹੈ ਇਹ। ਅਪੋਜ਼ਿਟ ਚਾਰजेस ਅਟਰੈਕਟ ਈਚ ਅਦਰ। ਅਪੋਜ਼ਿਟ ਚਾਰजेस ਅਟਰੈਕਟ ਈਚ ਅਦਰ ਜਾਂ ਕਹਿ ਲਈਏ ਜੋ ਅਨਲਾਈਕ ਚਾਰजेस ਨੇ ਉਹ ਅਟਰੈਕਟ ਕਰਦੇ ਆ ਮਤਲਬ ਇੱਕ ਦੂਜੇ ਵੱਲ ਆਕਰਸ਼ਿਤ ਹੁੰਦੇ ਹੈਗੇ ਆ। ਸੋ ਅਸਮਜਾਤੀ ਚਾਰਜ ਇੱਕ ਦੂਜੇ ਚਾਰਜ ਨੂੰ ਆਕਰਸ਼ਿਤ ਕਰਦੇ ਹਨ। ਬਿਲਕੁਲ ਸਹੀ ਹੈ ਜੀ, ਟਰੂ ਹੈ ਇਹ। ਨੈਕਸਟ ਕੁਐਸਚਨ ਇਜ਼ ਮਰਕਰੀ ਇਜ਼ ਦਾ ਸਮੋਲੈਸਟ ਪਲੈਨਟ ਆਫ ਦਾ ਸੋਲਰ ਸਿਸਟਮ। ਬਿਲਕੁਲ ਸਹੀ ਹੈ। ਬੁੱਧ ਸੂਰਜੀ ਪਰਿਵਾਰ ਦਾ ਸਭ ਤੋਂ ਛੋਟਾ ਗ੍ਰਹਿ ਹੈ। ਸਹੀ ਹੈ ਜੀ, ਸਭ ਤੋਂ ਛੋਟਾ ਗ੍ਰਹਿ ਹੈ ਔਰ ਸਭ ਤੋਂ ਗਰਮ ਵੀ ਹੈ ਕਿਉਂਕਿ ਇਹ ਸੂਰਜ ਦੇ ਬਿਲਕੁਲ ਨੇੜੇ ਹੈ, ਨੀਅਰੈਸਟ ਹੈ ਇਹ। ਸੋ ਦਿਸ ਇਜ਼ ਟਰੂ। ਮੈਟਲਸ ਰਿਐਕਟ ਵਿਦ ਐਸਿਡਸ ਟੂ ਪ੍ਰੋਡਿਊਸ ਹਾਈਡਰੋਜਨ। ਬਿਲਕੁਲ ਸਹੀ ਹੈ ਜੀ। ਮੈਟਲਸ ਦੇ ਰਿਐਕਟ ਵਿਦ ਦਾ ਐਸਿਡਸ ਟੂ ਪ੍ਰੋਡਿਊਸ ਹਾਈਡਰੋਜਨ ਗੈਸ। ਠੀਕ ਹੈ। ਉਸ ਦੀ ਪੜਤਾਲ ਅਸੀਂ ਕਿੱਦਾਂ ਕਰਦੇ ਹਾਂ ਕਿ ਜਦੋਂ ਅਸੀਂ ਬਲਦੀ ਹੋਈ ਮੋਮਬੱਤੀ ਲੈ ਕੇ ਜਾਂਦੇ ਹਾਂ ਤਾਂ ਉਹ ਮੋਮਬੱਤੀ ਬੁੱਝ ਜਾਂਦੀ ਹੈ ਪੌਪ ਦੀ ਆਵਾਜ਼ ਦੇ ਨਾਲ। ਠੀਕ ਹੈ। ਸੋ ਦਿਸ ਇਜ਼ ਟਰੂ। ਫਿਊਲ ਮਸਟ ਬੀ ਹੀਟਡ। ਹੀਟਡ ਨਹੀਂ, ਹੀਟਡ ਹੈ ਇੱਥੇ।
हीटेड टू इट्स इग्निशन टैंपरेचर बिफोर इट स्टार्ट्स बर्निंग। बिल्कुल सही। सो ਬਲਣ ਤੋਂ ਪਹਿਲਾਂ ਜੋ ਬਾਲਣ ਹੈ ਉਸ ਨੂੰ ਉਸਦੇ ਜਾਲਣ ਤਾਪ ਤੱਕ ਗਰਮੀ ਜਾਂ ਹੀਟ ਦੇਣੀ ਪੈਂਦੀ ਹੈ, ਗਰਮ ਕਰਨਾ ਪੈਂਦਾ ਹੈ। ਸਹੀ ਹੈ ਜੀ ਇਹ ਉੱਤਰ। ਸੋ ਟਰੂ। ਦ ਬੇਸਿਕ ਲਿਵਿੰਗ ਯੂਨਿਟ ਆਫ ਐਨ ਆਰਗੈਨਿਜ਼ਮ ਇਜ਼ ਐਨ ਆਰਗਨ। ਨੋ, ਸੈੱਲ ਹੈ, ਸੈੱਲ। ਸੋ ਇਹ ਫਾਲਸ ਆ। ਸੋ ਜੀਵਾ ਦੀ ਮੁੱਢਲੀ ਇਕਾਈ ਅੰਗ ਨਹੀਂ ਹੈ, ਠੀਕ ਹੈ, ਸੈੱਲ ਹੈ, ਸੈੱਲ। ਸੋ ਇਹ ਕੀ ਹੈ? ਫਾਲਸ। ਨੈਕਸਟ ਹੈ ਅਜ਼ਾਈਗੋਟ ਇਜ਼ ਫਾਰਮਡ ਐਜ਼ ਅ ਰਿਜ਼ਲਟ ਆਫ ਫਰਟੀਲਾਈਜੇਸ਼ਨ। ਯੁਗਮਜ ਨਿਸ਼ੇਚਣ ਦੇ ਸਿੱਟੇ ਵਜੋਂ ਬਣਦਾ ਹੈ। ਟਰੂ ਹੈ ਜੀ ਇਹ। ਪ੍ਰੋਜੈਕਟ ਟਾਈਗਰ ਵਾਜ਼ ਲਾਂਚਡ ਬਾय ਦ ਗਵਰਨਮੈਂਟ ਟੂ ਪ੍ਰੋਟੈਕਟ ਦ ਟਾਈਗਰਸ ਇਨ ਦ ਕੰਟਰੀ। ਨਹੀਂ, ਸਾਡੀ ਸਰਕਾਰ ਨੇ ਬਾਗ ਜਿਹੜੇ ਆ ਇੱਥੇ ਬਾਗ ਇਹਦੇ ਘੱਗਾ ਪੈਣਾ ਆ, ਠੀਕ ਹੈ। ਸੋ ਬਾਗਾਂ ਦੀ ਸੁਰੱਖਿਆ ਲਈ ਪ੍ਰੋਜੈਕਟ ਟਾਈਗਰ ਲਾਗੂ ਕੀਤਾ ਸੀ। ਟਰੂ ਹੈ ਜੀ। ਫॉर ਹਿਊਮਨ ਈਅਰਸ ਆਡੀਬਲ ਰੇਂਜ ਇਜ਼ 20 ਹਰਟਜ਼ ਟੂ 20,000 ਹਰਟਜ਼। ਮਨੁੱਖੀ ਕੰਨ ਲਈ ਸੁਣਾਈ ਦੇਣ ਦੀ ਸੀਮਾ 20 ਹਰਟਜ਼ ਤੋਂ 20,000 ਹਰਟਜ਼ ਹੈ। ਬਿਲਕੁਲ ਸਹੀ ਹੈ। 17th ਐਟ ਪਿਊਬਰਟੀ ਦ ਵੌਇਸ ਆਫ ਗਰਲਸ ਬਿਕਮ ਹੈਵੀ। ਬॉयज़ ਦੀ ਜਿਹੜੀ ਵੌਇਸ ਆ ਉਹ ਹੈਵੀ ਹੁੰਦੀ ਹੈ, ਬॉयज़ ਦੀ। ਇੱਥੇ ਲਿਖਿਆ ਆ ਪ੍ਰੌੜ ਅਵਸਥਾ ਵਿੱਚ ਲੜਕੀਆਂ ਦੀ ਆਵਾਜ਼ ਭਾਰੀ ਹੋ ਜਾਂਦੀ। ਗਲਤ ਹੈ ਜੀ ਇਹ, ਫਾਲਸ। ਨਾਈਟ੍ਰੋਜਨ ਗੈਸ ਇਜ਼ ਇਵੋਲਵਡ ਡਿਊ ਟੂ ਦ ਇਲੈਕਟ੍ਰੋਲਾਈਸਿਸ ਆਫ ਵਾਟਰ। ਇਲੈਕਟ੍ਰੋਲਾਈਸਿਸ ਜਦੋਂ ਪਾਣੀ ਦਾ ਹੋਏਗਾ ਤਾਂ ਆਕਸੀਜਨ ਤੇ ਹਾਈਡਰੋਜਨ ਦੇ ਵਿੱਚ ਟੁੱਟਦੀ ਹੈ। ਦੋ ਗੈਸਾਂ ਆਕਸੀਜਨ ਤੇ ਹਾਈਡਰੋਜਨ ਨਿਕਲਦੀ ਹੈ, ਨਾ ਕਿ ਨਾਈਟ੍ਰੋਜਨ। ਸੋ ਪਾਣੀ ਦੇ ਘਟਣ ਨਾਲ ਨਾਈਟ੍ਰੋਜਨ ਗੈਸ ਪੈਦਾ ਹੁੰਦੀ ਹੈ। ਫਾਲਸ ਹੈ ਜੀ ਇਹ। ਦ ਅਮੀਬਾ ਹੈਜ਼ ਅ ਰੈਗੂਲਰ ਸ਼ੇਪ। ਫਿਰ ਉਹੀ ਪਹਿਲੇ ਵਾਲਾ ਕੁਐਸਚਨ ਆ ਗਿਆ, ਅਮੀਬਾ ਦੀ ਰੈਗੂਲਰ ਸ਼ੇਪ ਨਹੀਂ ਹੁੰਦੀ ਜੀ। ਫਾਲਸ ਹੈ ਜੀ ਇਹ। ਲਾਈਟਨਿੰਗ ਕੰਡਕਟਰ ਕੈਨ ਨੋਟ ਪ੍ਰੋਟੈਕਟ ਦ ਬਿਲਡਿੰਗ ਫਰੋਮ ਲਾਈਟਨਿੰਗ। ਮਤਲਬ ਕਿ ਆਕਾਸ਼ੀ ਬਿਜਲੀ ਚਾਲਕ ਇਮਾਰਤ ਦੀ ਆਕਾਸ਼ੀ ਬਿਜਲੀ ਤੋਂ ਸੁਰੱਖਿਆ ਨਹੀਂ ਕਰਦਾ। ਫਿਰ ਅਰਥਿੰਗ ਕਾਹਦੇ ਕਰਦੇ ਹਾਂ ਅਸੀਂ? ਇਹ ਗਲਤ ਹੋ ਗਿਆ ਨਾ ਫਿਰ, ਰਾਈਟ। ਸੋ ਫਾਲਸ। ਕੋਕ ਇਜ਼ ਆਲਮੋਸਟ ਦ ਪਿਓਰ ਫਾਰਮ ਆਫ ਕਾਰਬਨ। ਕੋਕ ਜਿਹੜਾ ਆ ਉਹ ਕਾਰਬਨ ਦਾ ਲਗਭਗ ਸ਼ੁੱਧ ਰੂਪ ਹੈ। ਸਹੀ ਹੈ ਜੀ। ਕੈਰੋਸਿਨ ਇਜ਼ ਨਾਟ ਅ ਫੋਸਿਲ ਫਿਊਲ। ਮਿੱਟੀ ਦਾ ਤੇਲ ਇੱਕ ਫੋਸਿਲ ਬਾਲਣ ਨਹੀਂ ਹੈ। ਇਹ ਫੋਸਿਲ ਬਾਲਣ ਹੀ ਹੈ, ਠੀਕ ਹੈ, ਕਿਉਂਕਿ ਪੈਟਰੋਲੀਅਮ ਦਾ ਹੀ ਇਹ ਇੱਕ ਉਤਪਾਦ ਹੈ, ਠੀਕ ਹੈ। ਸੋ ਇਹ ਫਾਲਸ ਹੈ ਜੀ ਇੱਥੇ। ਯੂਨੀਸੈਲੂਲਰ ਆਰਗੈਨਿਜ਼ਮਸ ਹੈਵ ਵਨ ਸੈਲ ਬੋਡੀ। ਕਿ ਇੱਕ ਸੈਲੀ, ਇੱਥੇ ਇੱਕ ਸੈਲੀ ਆਣਾ ਜੀ, ਇੱਕ ਸੈਲੀ, ਇੱਕ ਹੀ ਸੈਲ ਹੁੰਦਾ ਹੈ। ਬਿਲਕੁਲ ਸਹੀ ਹੈ ਜੀ। ਯੂਨੀਸੈਲੂਲਰ ਆਰਗੈਨਿਜ਼ਮ ਹੈਵ ਵਨ ਸੈਲ ਬੋਡੀ। So true. The basic living unit of an organism is an organ. If false है जी, cell ਹੁੰਦਾ ਆ। A charged body repels an uncharged body. ਜਿਹੜੀ charged body ਹੈ ਉਹ attract ਕਰਦੀ ਹੈ uncharged body ਨੂੰ। ਸੋ ਇੱਕ ਚਾਰਜਿਤ ਵਸਤੂ ਅਣਚਾਰਜਿਤ ਵਸਤੂ ਨੂੰ ਪ੍ਰਤੀਕਰਸ਼ਿਤ ਕਰਦੀ ਹੈ। ਇਹ false ਆ, ਆਕਰਸ਼ਿਤ ਕਰਦੀ ਆ। ਨੈਕਸਟ ਹੈ ਫ੍ਰਿਕਸ਼ਨ ਡਜ਼ ਨੋਟ ਡਿਪੈਂਡ ਅਪੋਨ ਦ ਨੇਚਰ ਆਫ ਦ ਸਰਫੇਸ। ਰਗੜ ਸਤਹ ਦੀ ਸੁਭਾਅ ਉੱਪਰ ਨਿਰਭਰ ਨਹੀਂ ਕਰਦੀ। ਜਿਹੜੀ ਰਗੜ ਹੈ ਉਹ ਸਤਹ ਦੀ ਸੁਭਾਅ 'ਤੇ ਹੀ ਨਿਰਭਰ ਕਰਦੀ ਹੈ, ਠੀਕ ਹੈ। ਜੇ ਤਾਂ ਸਤਹ ਹੋਏਗੀ ਖੁਰਦਰੀ ਤਾਂ ਫ੍ਰਿਕਸ਼ਨ ਵੱਧ ਹੋਏਗਾ, ਮਤਲਬ ਰਗੜ ਬਲ ਵੱਧ ਹੋਏਗਾ। ਔਰ ਜੇ ਹੋਈ ਮੁਲਾਇਮ ਤਾਂ ਰਗੜ ਬਲ ਘੱਟ ਹੋਏਗਾ। ਸੋ ਇਹਨੂੰ ਅਸੀਂ ਫਾਲਸ ਵਿੱਚ ਲੈ ਕੇ ਆਵਾਂਗੇ। ਸੋਲਿਊਸ਼ਨ ਆਫ ਸਾਲਟ ਇਨ ਵਾਟਰ ਕੰਡਕਟਸ ਇਲੈਕਟ੍ਰੀਸਿਟੀ। ਨਮਕ ਦਾ ਘੋਲ ਪਾਣੀ ਵਿੱਚ ਬਿਜਲੀ ਦਾ ਚਾਲਨ ਨਹੀਂ ਕਰਦਾ। ਇਹੀ ਤਾਂ ਜਿਹੜਾ ਲੂਣ ਹੈ ਜਾਂ ਤੇਜ਼ਾਬ ਆ ਅਤੇ ਖਾਰ ਆ, ਇਹੀ ਤਾਂ ਚਾਲਕਤਾ ਲੈ ਕੇ ਆਉਂਦੇ ਹੈਗੇ ਆ, ਠੀਕ ਹੈ। ਸੋ ਇੰਪਿਓਰਿਟੀਜ਼ ਕਰਕੇ ਤਾਂ ਚਾਲਕਤਾ ਆਉਂਦੀ ਹੈਗੀ ਹੈ। ਇਸ ਲਈ ਔਰ ਜਿਹੜਾ ਸਾਲਟ ਆ ਇਹ ਇਹਨਾਂ ਲਿਖਿਆ ਕਿ ਇਨ ਵਾਟਰ ਕੰਡਕਟਸ ਇਲੈਕਟ੍ਰੀਸਿਟੀ। ਸੋਲਿਊਸ਼ਨ ਆਫ ਸਾਲਟ ਇਨ ਵਾਟਰ ਕੰਡਕਟਸ ਇਲੈਕਟ੍ਰੀਸਿਟੀ। ਨਮਕ ਦਾ ਘੋਲ ਪਾਣੀ ਵਿੱਚ ਬਿਜਲੀ ਦਾ ਚਾਲਨ ਨਹੀਂ ਕਰਦਾ। ਇੱਥੇ ਆਪਾਂ ਥੋੜ੍ਹੀ ਕਰੈਕਸ਼ਨ ਕਰ ਲਈਏ, ਚਾਲਨ ਕਰਦਾ ਹੈ। ਸੋਲਿਊਸ਼ਨ ਆਫ ਸਾਲਟ ਇਨ ਵਾਟਰ ਕੰਡਕਟਸ ਇਲੈਕਟ੍ਰੀਸਿਟੀ ਤਾਂ ਚਾਲਨ ਕਰਦਾ ਹੈ, ਤਾਂ ਟਰਾਂਸਲੇਟ ਕਰਦੇ ਹਾਂ ਤਾਂ ਚਾਲਨ ਕਰਦਾ ਆਉਣਾ ਚਾਹੀਦਾ ਹੈ। ਤਾਂ ਫਿਰ ਟਰੂ ਹੈ, ਫਿਰ ਤਾਂ ਟਰੂ ਹੈ ਜੀ। ਪੈਡੀ ਐਂਡ ਮੇਜ਼ ਆਰ ਰਬੀ ਕ੍ਰੌਪਸ। ਪੈਡੀ ਝੋਨਾ, ਇਹ ਰਬੀ ਕ੍ਰੌਪ ਨਹੀਂ ਹੈ ਜੀ, ਇਹ ਹੈ ਖਰੀਫ ਕ੍ਰੌਪ। ਤਾਂ ਇੱਥੇ ਫਾਲਸ ਲਿਖਾਂਗੇ ਅਸੀਂ। 29th है जनरली नॉन मेटल्स रिएक्ट विद एसिड्स।
ਆਮ ਤੌਰ ਤੇ ਅਧਾਤਾਂ ਤੇਜ਼ਾਬਾਂ ਨਾਲ ਕਿਰਿਆ ਕਰਦੀਆਂ ਹਨ। ਪਿਆਰੇ ਬੱਚਿਓ ਦੇਖੋ ਕਿ ਘਰਾਂ ਦੇ ਵਿੱਚ ਵੀ ਤੇਜ਼ਾਬ ਜਿਹੜਾ ਹੈ ਉਹ ਸਾਫ਼ ਸਫਾਈ ਦੇ ਲਈ, ਜਿੱਦਾਂ ਵਾਸ਼ ਬੇਸਨਸ ਜਾਂ ਟਾਇਲਟਸ ਵਗੈਰਾ ਸਫਾਈ ਲਈ ਯੂਜ਼ ਹੁੰਦਾ ਕਿ ਨਹੀਂ, ਹੈ ਨਾ। ਸਾਡੀ ਜਿਹੜੀ ਲੈਬੋਰਟਰੀ ਦੇ ਵਿੱਚ ਵੀ ਜਿਹੜੀਆਂ ਤੇਜ਼ਾਬ ਹਨ ਉਹ ਕਿਹਦੇ 'ਚ ਪਏ ਹੁੰਦੇ ਹੈਗੇ ਆ, ਉਹ ਕੱਚ ਦੀ ਬੋਤਲ 'ਚ ਹੁੰਦੇ ਜਾਂ ਪਲਾਸਟਿਕ ਦੀ ਬੋਤਲ 'ਚ ਹੁੰਦੇ ਆ। ਇਹ ਨੋਨ ਮੈਟਲਸ ਨੇ। ਤਾਂ ਉਹਨਾਂ ਨੇ ਕੀ ਲਿਖਿਆ ਆ ਕਿ ਜਨਰਲੀ ਨੋਨ ਮੈਟਲਸ ਰਿਐਕਟ ਵਿਦ ਐਸਿਡਸ। ਹੁਣ ਜੇ ਨੋਨ ਮੈਟਲਸ ਰਿਐਕਟ ਕਰਦੇ ਫਿਰ ਤੇਜ਼ਾਬ ਪਲਾਸਟਿਕ ਦੀ ਬੋਤਲਾਂ 'ਚ ਜਾਂ ਫਿਰ ਕੱਚ ਦੇ ਭਾਂਡੇ ਵਿੱਚ ਕਾਹਤੇ ਹੋਣਾ ਸੀਗਾ, ਠੀਕ ਹੈ ਨਾ। ਸੋ ਇਹ ਹੈਗਾ ਆ ਫਾਲਸ। ਆਮ ਤੌਰ ਤੇ ਅਧਾਤਾਂ ਤੇਜ਼ਾਬ ਨਾਲ ਕਿਰਿਆ ਨਹੀਂ ਕਰਦੀਆਂ ਹਨ, ਇੱਥੇ ਲਿਖਿਆ ਨਾ ਕਰਦੀਆਂ ਹਨ। 30th ਹੈ ਸਾਡੇ ਕੋਲ, ਅਰਥਕੁਇਕ ਕੈਨ ਬੀ ਪ੍ਰੈਡਿਕਟਡ ਇਨ ਐਡਵਾਂਸ। ਜੇ ਭੂਚਾਲ ਦੀ ਭਵਿੱਖਬਾਣੀ ਪਹਿਲਾਂ ਹੀ ਪਤਾ ਲੱਗ ਜਾਵੇ ਕਿ ਭੂਚਾਲ ਆਉਣ ਵਾਲਾ ਆ ਤਾਂ ਕਿਆ ਬਾਤਾਂ ਆ। ਸੋ ਇਟਸ ਨਾਟ ਪੋਸੀਬਲ, ਠੀਕ ਹੈ ਜੀ। ਸੋ ਇਹ ਫਾਲਸ ਹੈ ਜੀ। 31st ਸਾਡੇ ਕੋਲ ਕਿ ਕੋਲ ਕੈਨ ਬੀ ਡਰਾਨ ਇਨਟੂ ਵਾਇਰਸ, ਮਤਲਬ ਕੋਲੇ ਨੂੰ ਖਿੱਚ ਕੇ ਤਾਰਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਕੋਲਾ ਨੋਨ ਮੈਟਲ ਆ, ਅਧਾਤ ਆ, ਧਾਤਾਂ ਦੀ ਖਿੱਚ ਕੇ ਤਾਰਾਂ ਬਣਾਈਆਂ ਜਾ ਸਕਦੀਆਂ ਹਨ, ਠੀਕ ਹੈ ਜੀ। ਸੋ ਕੋਲ ਨੂੰ ਜੇ ਅਸੀਂ ਨਹੀਂ ਖਿੱਚ ਕੇ ਤਾਰਾਂ ਬਣਾ ਸਕਦੀਆਂ ਇਸ 'ਤੇ, ਸੋ ਇਹ ਫਾਲਸ ਹੈ ਜੀ। 32nd ਹੈ ਸਾਡੇ ਕੋਲ, ਕੈਰੋਸਿਨ ਆਇਲ ਇਜ਼ ਨੋਟ ਅ ਫਿਊਲ। ਕੈਰੋਸਿਨ ਆਇਲ ਇਜ਼ ਨੋਟ ਅ ਫਿਊਲ, ਮਿੱਟੀ ਦਾ ਤੇਲ ਇੱਕ ਫਾਸਿਲ ਬਾਲਣ ਨਹੀਂ ਹੈ, ਇਹ ਫਾਲਸ ਹੈ ਜੀ। ਇਟਸ ਅ ਫਾਸਿਲ ਫਿਊਲ। ਸਾਡੇ ਕੋਲ 33ਵਾਂ ਪ੍ਰਸ਼ਨ ਹੈ, ਸ਼ੇਪ ਆਫ ਅਮੀਬਾ ਇਜ਼ ਇਰੈਗੂਲਰ। ਯੈਸ ਦਿਸ ਇਜ਼ ਟਰੂ, ਇਰੈਗੂਲਰ ਹੀ ਹੁੰਦੀ ਹੈਗੀ ਆ, ਮਤਲਬ ਅਮੀਬਾ ਦੀ ਆਕ੍ਰਿਤੀ ਅਨਿਯਮਿਤ ਹੁੰਦੀ ਹੈ। 34ਵਾਂ ਹੈ, ਐਗ ਲੇਇੰਗ ਐਨੀਮਲਸ ਗਿਵ ਬਰਥ ਟੂ ਫੁਲੀ ਡਿਵੈਲਪਡ ਯੰਗ ਵਨਸ। ਇੱਕ ਪਾਸੇ ਕਹੀ ਜਾਂਦੇ ਐਗ ਲੇਇੰਗ ਐਨੀਮਲਸ, ਇੱਕ ਪਾਸੇ ਕਹੀ ਜਾਂਦੇ ਬਰਥ ਟੂ ਫੁਲੀ ਡਿਵੈਲਪਡ ਯੰਗ ਵਨਸ। ਸੋ ਇਹ ਫਾਲਸ ਹੈ ਬੇਟਾ ਜੀ। ਸੋ ਅੰਡੇ ਦੇਣ ਵਾਲੇ ਜੰਤੂ ਵਿਕਸਿਤ ਬੱਚੇ ਨੂੰ ਜਨਮ ਦਿੰਦੇ ਹਨ, ਇਹ ਫਾਲਸ ਆ। ਹੁਣ ਪ੍ਰਸ਼ਨ ਇਹ ਹੈ ਕਿ if the amplitude of the vibration is large then the sound will be feeble। ਮਤਲਬ ਜੇ ਆਯਾਮ ਵੱਧ ਹੈ ਤਾਂ ਧੁਨੀ ਹੌਲੀ ਹੁੰਦੀ ਹੈ। ਬੇਟਾ ਜੀ ਹੁਣੀ ਮੈਂ ਦੇਖੋ ਆਯਾਮ ਆਪਣਾ ਉੱਚਾ ਕਰਦਾ ਹਾਂ ਤਾਂ ਦੇਖੋ ਤਾਂ ਧੁਨੀ ਉੱਚੀ ਜਾਂਦੀ ਕਿ ਨਹੀਂ, ਤੁਹਾਨੂੰ ਸਮਝ। ਹਾਂਜੀ ਹੁਣ ਮੈਂ ਆਯਾਮ ਵਧਾਇਆ ਤਾਂ ਸਾਊਂਡ ਜਿਹੜੀ ਹੈਗੀ ਵਧੀ ਨਾ, ਆਵਾਜ਼ ਉੱਚੀ ਹੋ ਗਈ ਕਿ ਨਹੀਂ ਹੋ ਗਈ। ਸੋ ਇਹ ਫਾਲਸ ਆ, ਜਦੋਂ ਆਯਾਮ ਵਧੇਗਾ ਤਾਂ ਸਾਊਂਡ ਫੀਬਲ ਨਹੀਂ ਹੋਏਗੀ, ਧੁਨੀ ਜਿਹੜੀ ਹੈਗੀ ਪ੍ਰਬਲ ਹੋ ਜਾਏਗੀ। ਉਸ ਤੋਂ ਬਾਅਦ ਸਾਡੇ ਕੋਲ 36ਵਾਂ ਪ੍ਰਸ਼ਨ ਹੈ, ਲਾਈਕ ਪੋਲਸ ਆਫ ਮੈਗਨੇਟ ਅਟਰੈਕਟ ਈਚ ਅਦਰ। ਮਤਲਬ ਲਾਈਕ ਪੋਲਸ ਆਫ ਮੈਗਨੇਟ ਅਟਰੈਕਟ ਈਚ ਅਦਰ, ਜਿਹੜੇ ਸਮਾਨ ਧੁਰੇ ਹੈਗੇ ਆ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ। ਇਹ ਤਾਂ ਅਸੀਂ 6th 7th ਵਿੱਚ ਪੜ੍ਹ ਚੁੱਕੇ ਹਾਂ ਕਿ ਜੋ ਅਸਮਾਨ ਧੁਰੇ ਹਨ ਚੁੰਬਕ ਦੇ, ਉਹ ਆਕਰਸ਼ਿਤ ਕਰਦੇ ਹਨ ਅਤੇ ਸਮਾਨਤਾ ਅਪਕਰਸ਼ਿਤ ਕਰਦੇ ਆ। ਸੋ ਇਹ ਤਾਂ ਹੋ ਗਿਆ ਫਾਲਸ ਆਪਣੇ ਕੋਲ। ਨੈਕਸਟ ਇਜ਼ ਫੋਰਸ ਇਜ਼ ਅ ਸਕੇਲਰ ਕੁਆਂਟਿਟੀ। ਬਲ ਇੱਕ ਅਦਿਸ਼ ਰਾਸ਼ੀ ਹੈ। ਦੇਖੋ ਬਲ ਜਿਹੜੀ ਹੈ ਉਹਦੇ 'ਚ ਮੈਗਨੀਚਿਊਡ ਵੀ ਹੈ ਅਤੇ ਡਾਇਰੈਕਸ਼ਨ ਵੀ ਹੈ। ਸੋ ਇਹ ਵੈਕਟਰ ਕੁਆਂਟਿਟੀ ਹੈ, ਇਹ ਵੈਕਟਰ ਕੁਆਂਟਿਟੀ ਹੈ। ਸੋ ਆਨਸਰ ਹੋਏਗਾ ਇਹਦਾ ਫਾਲਸ। ਬਾਈਨਰੀ ਫਿਸ਼ਨ ਇਜ਼ ਅ ਮੈਥਡ ਆਫ ਸੈਕਸੁਅਲ ਰਿਪਰੋਡਕਸ਼ਨ। ਦੋ ਖੰਡਨ ਅਲਿੰਗੀ ਪ੍ਰਜਨਨ ਦੀ ਇੱਕ ਵਿਧੀ ਹੈ। ਸੋ ਇਹ ਟਰੂ ਹੈ ਬੇਟਾ ਜੀ। 39th ਹੈ ਕਿ ਵਰਚੁਅਲ ਇਮੇਜ ਇਜ਼ ਆਲਵੇਜ਼ ਇਨਵਰਟਿਡ। ਆਭਾਸੀ ਪ੍ਰਤੀਬਿੰਬ ਹਮੇਸ਼ਾ ਉਲਟਾ ਬਣਦਾ ਹੈ। ਬਿਲਕੁਲ ਸਹੀ ਆ। ਅਸੀਂ ਦਰਪਣ 'ਚ ਦੇਖਦੇ ਹਾਂ, ਉਹ ਸਾਡਾ ਜਿਹੜਾ ਆਭਾਸੀ ਇਮੇਜ ਸਾਡੀ ਬਣਦੀ ਹੈਗੀ ਆ, ਆਭਾਸੀ ਪ੍ਰਤੀਬਿੰਬ ਬਣਦਾ ਆ, ਅਤੇ ਜਿਹੜਾ ਸੱਜਾ ਸਾਡਾ ਉਹ ਖੱਬਾ ਨਜ਼ਰ ਆਉਂਦਾ ਸਾਨੂੰ। ਇਸ ਦਾ ਮਤਲਬ ਇਹ ਸਹੀ ਹੈ, ਟਰੂ ਹੈ ਆਨਸਰ ਸਾਡਾ। ਨੈਕਸਟ ਇਜ਼ ਇਨਸੈਟ ਇਜ਼ ਐਨ ਆਰਟੀਫਿਸ਼ੀਅਲ ਸੈਟੇਲਾਈਟ। ਟਰੂ। ਸੋਡੀਅਮ ਇਜ਼ ਅ ਵੈਰੀ ਰਿਐਕਟਿਵ ਮੈਟਲ। ਸੋਡੀਅਮ ਇੱਕ ਰਿਐਕਟਿਵ ਮੈਟਲ ਹੈ, ਕਿਰਿਆਸ਼ੀਲ ਧਾਤੂ ਹੈ। ਟਰੂ ਹੈ ਜੀ ਇਹ, ਟਰੂ। ਡਿਸਟਿਲ ਵਾਟਰ ਇਜ਼ ਅ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ। ਡਿਸਟਿਲ ਵਾਟਰ ਕਸ਼ਿਦਤ ਕੀਤਾ ਪਾਣੀ ਜਿਹੜਾ ਹੈ ਉਹ ਚਾਲਕ ਹੈ ਬਿਜਲੀ ਦਾ। ਇਹ ਫਾਲਸ ਹੈ। ਇਸ ਨੂੰ ਚਾਲਕ ਬਣਾਉਣ ਵਾਸਤੇ ਇੰਪਿਓਰਿਟੀਜ਼ ਐਡ ਕਰਨੀਆਂ ਪੈਣੀਆਂ ਆ, ਠੀਕ ਹੈ। ਕੋਈ ਤੇਜ਼ਾਬ, ਕੋਈ ਖਾਰ ਜਾਂ ਫਿਰ ਲੂਣ ਅਸੀਂ ਇਹਦੇ 'ਚ ਐਡ ਕਰਕੇ ਇਸ ਨੂੰ ਚਾਲਕ ਬਣਾ ਸਕਦੇ ਹਾਂ। The passage of an electric current through a solution causes chemical effect। ਕਿਸੇ ਘੋਲ ਵਿੱਚੋਂ ਬਿਜਲੀ ਧਾਰਾ ਲੰਘਣ 'ਤੇ ਰਸਾਇਣਿਕ ਪ੍ਰਭਾਵ ਪੈਦਾ ਹੁੰਦਾ ਹੈ। ਬਿਲਕੁਲ ਸਹੀ ਹੈ ਜੀ, ਰਸਾਇਣਿਕ ਪ੍ਰਭਾਵ ਪੈਦਾ ਹੁੰਦਾ ਹੈ, ਟਰੂ ਹੈ। ਫੋਸਿਲ ਫਿਊਲਸ ਕੈਨ ਬੀ ਮੇਡ ਇਨ ਲੈਬੋਰਟਰੀ ਦੇ ਵਿੱਚ ਫੋਸਿਲ ਫਿਊਲਸ ਕਿਵੇਂ ਬਣਾਏ ਜਾ ਸਕਦੇ ਆ?
ਇੰਨੇ ਕਰੋੜਾਂ ਸਾਲ ਲੱਗਦੇ ਆ। ਸੋ ਪਥਰਾਟ ਬਾਲਣ ਪ੍ਰਯੋਗਸ਼ਾਲਾ ਵਿੱਚ ਬਣਾਇਆ ਜਾ ਸਕਦਾ, ਫਾਲਸ ਹੈ ਜੀ ਇਹ ਸਰਾਸਰ ਝੂਠ। ਸੋ ਵਧੇਰੇ ਜੀਵਾਂ ਵਿੱਚ ਇੱਕ ਸੈੱਲ ਦਾ ਸਰੀਰ ਹੁੰਦਾ ਹੈ, ਇਹ ਟਰੂ ਹੈ ਬੇਟਾ ਜੀ। ਜਿਵੇਂ ਹੁਣ ਬੈਕਟੀਰੀਆਜ਼, ਪ੍ਰੋਟੋਜ਼ੋਆ ਵਗੈਰਾ ਨਹੀਂ, ਠੀਕ ਹੈ। ਸੋ ਇਹ ਟਰੂ ਹੋ ਗਿਆ ਜੀ। 46 ਹੈ ਸਾਡੇ ਕੋਲ, ਅ ਚਾਰਜਡ ਗਲਾਸ ਰੋਡ ਅਟਰੈਕਟਸ ਚਾਰਜਡ ਪਲਾਸਟਿਕ ਸਟ੍ਰॉ। ਸੋ ਅ ਚਾਰਜਡ ਗਲਾਸ ਰੋਡ ਅਟਰੈਕਟਸ ਚਾਰਜਡ ਪਲਾਸਟਿਕ ਸਟ੍ਰॉ। ਚਾਰਜਿਤ ਕੱਚ ਦੀ ਛੜ ਚਾਰਜਿਤ ਪਲਾਸਟਿਕ ਸਟ੍ਰॉ ਨੂੰ ਉਹਨੂੰ ਕੀ ਕਰਦੀ ਹੈ, ਆਕਰਸ਼ਿਤ ਕਰਦੀ ਹੈ। ਬਿਲਕੁਲ ਸਹੀ ਹੈ ਬੇਟਾ ਜੀ, ਕਿਉਂਕਿ ਜਿਹੜਾ ਗਲਾਸ ਰੋਡ ਹੈ ਇਹ ਪੋਜ਼ੀਟਿਵਲੀ ਚਾਰਜਡ ਹੋ ਜਾਂਦਾ ਆ, ਅਤੇ ਜਿਹੜੀ ਪਲਾਸਟਿਕ ਦੀ ਸਟ੍ਰॉ ਹੈਗੀ ਆ ਇਹ ਨੈਗੇਟਿਵਲੀ ਚਾਰਜਡ ਹੋ ਜਾਂਦੀ ਹੈਗੀ ਆ, ਠੀਕ ਹੈ ਜੀ। ਅਪੋਜ਼ਿਟ ਚਾਰਜਿਸ ਆ ਗਏ ਨਾ ਤਾਂ ਅਟਰੈਕਟ ਕਰਦੇ ਆ ਇੱਕ ਦੂਸਰੇ ਨੂੰ ਇਹ। ਸੋ ਉੱਤਰ ਹੋਏਗਾ ਟਰੂ। ਪੋਲ ਸਟਾਰ ਇਜ਼ ਨੋਟ ਅ ਮੈਂਬਰ ਆਫ ਸੋਲਰ ਸਿਸਟਮ, ਬਿਲਕੁਲ ਠੀਕ ਹੈ ਜੀ, ਟਰੂ ਹੈ ਇਹ, ਕਿ ਧਰੁਵ ਤਾਰਾ ਸੂਰਜੀ ਪਰਿਵਾਰ ਦਾ ਮੈਂਬਰ ਨਹੀਂ ਹੈ। ਸੋ ਐਨ ਐਮਬਰੀਓ ਇਜ਼ ਮੇਡ ਅਪ ਆਫ ਸਿੰਗਲ ਸੈਲ, ਟਰੂ ਹੈ ਜੀ ਇਹ। ਨੋਇਜ਼ ਪੋਲਿਊਸ਼ਨ ਮੇ ਕਾਜ਼ ਪਾਰਸ਼ੀਅਲ ਹੀਅਰਿੰਗ ਇੰਪੇਅਰਮੈਂਟ, ਮਤਲਬ ਸ਼ੋਰ ਪ੍ਰਦੂਸ਼ਣ ਨਾਲ ਸੁਣਨ ਦੀ ਸ਼ਕਤੀ ਘਟ ਜਾਂਦੀ ਹੈ, ਸਹੀ ਹੈ ਜੀ ਇਹ। ਦ ਕਾਜ਼ ਆਫ ਗਲੋਬਲ ਵਾਰਮਿੰਗ ਇਜ਼ ਦ ਇੰਕਰੀਜ਼ ਆਫ ਸੋਡੀਅਮ ਸਲਫਰ ਡਾਈਆਕਸਾਈਡ, ਸੋ ਸਲਫਰ ਡਾਈਆਕਸਾਈਡ ਕੰਸਨਟ੍ਰੇਸ਼ਨ ਇਨ ਦਾ ਐਟਮੋਸਫੀਅਰ, ਨਹੀਂ ਜੀ ਇਹ ਫਾਲਸ ਆ। ਵਿਸ਼ਵ ਤਾਪਮਾਨ ਦਾ ਸਲਫਰ ਡਾਈਆਕਸਾਈਡ ਦੀ ਸੰਘਣਤਾ ਦੇ ਵਿੱਚ ਵਾਧਾ ਹੋਣ ਕਰਕੇ ਨਹੀਂ ਜੀ ਇਹ ਫਾਲਸ ਆ, ਠੀਕ ਹੈ। ਸੋ ਕਾਰਬਨ ਡਾਈਆਕਸਾਈਡ ਦੇ ਵਾਧੇ ਕਰਕੇ ਜਿਹੜਾ ਆ ਉਹ ਗਲੋਬਲ ਵਾਰਮਿੰਗ ਦੀ ਸਮੱਸਿਆ ਕ੍ਰੀਏਟ ਹੋ ਰਹੀ ਆ। ਨੈਕਸਟ ਹੈ ਸਾਡੇ ਕੋਲ, ਸੋਡੀਅਮ ਇਜ਼ ਅ ਵੈਰੀ ਰਿਐਕਟਿਵ ਮੈਟਲ, ਬਿਲਕੁਲ ਸਹੀ। ਸੋਡੀਅਮ ਜਿਹੜਾ ਆ ਬਹੁਤ ਕਿਰਿਆਸ਼ੀਲ ਧਾਤ ਹੈ, ਤਾਂ ਹੀ ਇਹਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਆ, ਸੋ ਟਰੂ ਹੈ। ਯੂਨੀਸੈਲੂਲਰ ਆਰਗੈਨਿਜ਼ਮਸ ਹੈਵ ਮੈਨੀ ਸੈਲਸ, ਇੱਕ ਸੈਲੀ ਜੀਵਾਂ ਵਿੱਚ ਅਨੇਕ ਸੈੱਲ ਹੁੰਦੇ ਹਨ। ਜਦ ਕਹਿ ਹੀ ਦਿੱਤਾ ਸੀ ਯੂਨੀਸੈਲੂਲਰ, ਯੂਨੀ ਮਤਲਬ ਇੱਕ ਸੈੱਲ, ਠੀਕ ਹੈ ਜੀ। ਸੋ ਇਹ ਫਾਲਸ ਆ, ਇੱਕ ਸੈੱਲ ਦੇ ਵਿੱਚ ਉਹਦੇ 'ਚ ਇੱਕੋ ਹੀ ਸੈੱਲ ਹੋਏਗਾ ਉਸ ਜੀਵ 'ਚ। ਨੈਕਸਟ ਇਜ਼ ਕੋਕ ਇਜ਼ ਆਲਮੋਸਟ ਪਿਓਰ ਫਾਰਮ ਆਫ ਕਾਰਬਨ, ਇਹ ਬਿਲਕੁਲ ਠੀਕ ਹੈ ਜੀ, ਟਰੂ ਹੈ ਇਹ। 54th ਹੈ ਸਾਡੇ ਕੋਲ, ਯੂਨੀਸੈਲੂਲਰ ਆਰਗੈਨਿਜ਼ਮਸ ਹੈਵ ਵਨ ਸੈੱਲ ਬੋਡੀ, ਇੱਕ ਸੈੱਲੀ ਜੀਵ ਦਾ ਸਰੀਰ ਇੱਕ ਸੈੱਲ ਦਾ ਹੀ ਬਣਿਆ ਹੁੰਦਾ ਹੈ, ਸੋ ਟਰੂ। ਟੂ ਡਰॉ ਵਾਟਰ ਫਰੋਮ ਅ ਵੈਲ ਵੀ ਡੂ ਨਾਟ ਹੈਵ ਟੂ ਪੁੱਲ ਦਾ ਰੋਪ, ਖੂਹ ਵਿੱਚੋਂ ਪਾਣੀ ਕੱਢਣ ਲਈ ਰੱਸੀ ਨੂੰ ਖਿੱਚਣ ਦੀ ਲੋੜ ਨਹੀਂ। ਰੱਸੀ ਨੂੰ ਖਿੱਚਾਂਗੇ ਮਤਲਬ ਜੇ ਬਾਲਟੀ ਅਸੀਂ ਖੂਹ ਵਿੱਚ ਸੁੱਟੀ ਆ, ਉਸ ਨੂੰ ਉੱਪਰ ਨੂੰ ਖਿੱਚਣਾ ਹੀ ਅਸੀਂ, ਖਿੱਚ ਕੇ ਹੀ ਜਿਹੜੀ ਇਹ ਬਾਲਟੀ ਬਾਹਰ ਆਉਣੀ ਹੈ, ਸੋ ਇਹ ਫਾਲਸ ਹੈ ਜੀ। ਸਲਾਈਡਿੰਗ ਫ੍ਰਿਕਸ਼ਨ ਇਜ਼ ਮੋਰ ਦੈਨ ਦਾ ਸਟੈਟਿਕ ਫ੍ਰਿਕਸ਼ਨ, ਸਰਕਣਸ਼ੀਲ ਰਗੜ ਸਥਿਤਿਕ ਰਗੜ ਨਾਲੋਂ ਵੱਧ ਹੁੰਦੀ ਹੈ, ਸਥਿਤਿਕ ਰਗੜ ਵੱਧ ਹੁੰਦੀ ਹੈ ਹਮੇਸ਼ਾ ਸਰਕਣਸ਼ੀਲ ਨਾਲੋਂ, ਠੀਕ ਹੈ। ਸੋ ਇਹ ਫਾਲਸ ਹੈ ਜੀ ਸਟੇਟਮੈਂਟ। ਲਾਈਕ ਚਾਰਜਿਸ ਰਿਪੈਲ ਈਚ ਅਦਰ, ਸਮਜਾਤੀ ਚਾਰਜ ਇੱਕ ਦੂਜੇ ਨੂੰ ਅਪਕਰਸ਼ਿਤ ਕਰਦੇ ਹਨ, ਬਿਲਕੁਲ ਟਰੂ ਹੈ ਜੀ ਇਹ, ਸਹੀ ਹੈ। ਸੋ ਦ ਲੋਅਰ the frequency of the vibration, the higher the pitch, नहीं जी, the lower the frequency of the vibration, the lower will be the pitch, ठीक है। सो ये false है जी। 59th है, constellation Orion can be seen only with a telescope, सो ये false है जी। Orion तारामंडल सिर्फ दूरबीन ਨਾਲ देखा जा सकता, नहीं, false। Next question, the mixture of smoke ਐਂਡ ਫੌਗ ਇਜ਼ ਕਾਲਡ ਸਮੋਗ, ਸਮੋਗ ਕੋਹਰਾ ਅਤੇ ਧੂਏਂ ਦਾ ਮਿਸ਼ਰਣ ਹੈ, ਇਹ ਟਰੂ ਹੈ ਜੀ, ਦਿਸ ਇਜ਼ ਟਰੂ, ਸਹੀ ਹੈ ਜੀ ਇਹ। ਸੋ ਪਿਆਰੇ ਬੱਚਿਓ, ਇਹਨਾਂ 60 ਕੁਐਸਚਨਸ ਦੇ ਨਾਲ ਹੀ ਇਹ ਵੀਡੀਓ ਇੱਥੇ ਸਮਾਪਤ ਹੁੰਦਾ ਹੈ, ਅਤੇ ਨਾਲ ਦੀ ਨਾਲ ਜੋ ਤੁਹਾਡਾ ਪੇਪਰ ਕੱਲ੍ਹ ਨੂੰ ਹੋਣ ਜਾ ਰਿਹਾ ਹੈ ਉਹਦੇ ਨਾਲ ਸੰਬੰਧਿਤ ਜਿੰਨੇ ਆਬਜੈਕਟਿਵ ਟਾਈਪ ਕੁਐਸਚਨਸ ਦੀ ਸੀਰੀਜ਼ ਸੀਗੀ ਉਹ ਵੀ ਮੈਂ ਇੱਥੇ ਹੀ ਖਤਮ ਕਰਦਾ ਹਾਂ, ਸਮਾਪਤ ਕਰਦਾ ਹਾਂ। ਸੋ ਪਿਆਰੇ ਬੱਚਿਓ, ਇਹ 3 ਵੀਡੀਓਜ਼ ਤੁਸੀਂ ਸਵੇਰੇ ਉੱਠ ਕੇ ਇੱਕ ਵਾਰ ਜ਼ਰੂਰ ਰਿਵਾਈਜ਼ ਕਰ ਲੈਣਾ, ਔਰ ਮੇਰਾ ਇਹ ਦਾਵਾ ਆ ਕਿ ਸਾਰੇ ਕੁਐਸਚਨਸ ਇਹਨਾਂ 'ਚੋਂ ਹੀ ਆਣੇ ਆ, ਠੀਕ ਹੈ। ਸੋ ਆਈ ਵਿਸ਼ ਯੂ ਆਲ ਦਾ ਵੈਰੀ ਬੈਸਟ। ਉਮੀਦ ਕਰਦਾ ਤੁਹਾਨੂੰ ਵੀਡੀਓਜ਼ ਅੱਛੀਆਂ ਲੱਗ ਰਹੀਆਂ ਹਨ ਤਾਂ ਥੰਬਸ ਅਪ ਕਰ ਦਿਆ ਕਰੋ, ਲਾਈਕ ਭੇਜ ਦਿਆ ਕਰੋ, ਠੀਕ ਹੈ, ਅਸੀਂ ਵੀ ਇੰਕਰੇਜ ਹੁੰਦੇ ਹਾਂ, ਔਰ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਬੇਟਾ ਜੀ। ਸੋ ਇਹਨਾਂ ਵਰਡਸ ਦੇ ਨਾਲ ਹੀ ਆਈ ਵਿਸ਼ ਯੂ ਆਲ ਦਾ ਵੈਰੀ ਬੈਸਟ। ਬਾਏ ਬਾਏ। ਮੇ ਯੂ ਆਲ ਹੈਵ ਅ ਹੈਪੀ ਲਰਨਿੰਗ ਐਂਡ ਬੈਸਟ ਆਫ ਦਾ ਅਟੈਂਪਟ। ਥੈਂਕ ਯੂ ਵੈਰੀ ਮਚ।